Next question. A blacksmith hammers a hot piece of iron while making a tool. कोई blacksmith किया, कोई लोहार किया, कहते कि आयरन दे गर्म पीस नूं किया टूल कोई बना रहा होंदा, मतलब लोहे का कोई वो टूल कोई औजार बना रहा होंदा आ, ਉਹਦੇ ਲਈ ਉਹ ਕੀ ਆ ਆਇਰਨ ਦਾ ਹੌਟ ਪੀਸ ਯੂਜ਼ ਕਰਦਾ ਆ ਅਤੇ ਉਹਨੂੰ ਕੀ ਆ ਉਹ ਹੈਮਰ ਨਾਲ ਸਟਰਕ ਕਰਦਾ, ਹੈਮਰ ਮਤਲਬ ਹਥੌੜੇ ਨਾਲ ਉੱਤੇ ਕੀ ਆ ਹਥੌੜਾ ਮਾਰਦਾ ਉੱਤੇ। ਹਾਊ ਡਜ਼ ਦ ਫੋਰਸ ਡਿਊ ਟੂ ਦ ਹੈਮਰਿੰਗ ਅਫੈਕਟ ਦ ਪੀਸ ਆਫ ਆਇਰਨ। ਕਹਿੰਦੇ ਕਿ ਹੁਣ ਆਇਰਨ ਦੇ ਪੀਸ 'ਤੇ ਜਦੋਂ ਆਪਾਂ ਹੈਮਰਿੰਗ ਕਰਦੇ ਹਾਂ, ਮਤਲਬ ਉਹ 'ਤੇ ਜਦੋਂ ਹਥੌੜਾ ਮਾਰਦੇ ਹਾਂ ਉਹਦੇ ਨਾਲ ਜਿਹੜੀ ਫੋਰਸ ਅਪਲਾਈ ਹੁੰਦੀ ਆ ਉਹ ਕਿੱਦਾਂ ਅਫੈਕਟ ਕਰਦੀ ਹੈ ਆਇਰਨ ਦੇ ਪੀਸ 'ਤੇ, ਮਤਲਬ ਕਿ ਹਥੌੜੇ ਨਾਲ ਆਇਰਨ ਦੇ ਪੀਸ 'ਤੇ ਕੀ ਫ਼ਰਕ ਪੈਂਦਾ ਹੈ। ਸੋ ਆਨਸਰ ਇਜ਼ ਦ ਫੋਰਸ ਡਿਊ ਟੂ ਹੈਮਰਿੰਗ causes the change in shape of iron। ठीक है, ਜਦੋਂ ਕਹਿੰਦੇ ਕਿ ਆਇਰਨ ਦੇ ਹੌਟ ਪੀਸ 'ਤੇ ਕੀ ਆ ਆਪਾਂ ਹੈਮਰਿੰਗ ਕਰਦੇ ਹਾਂ, ਮਤਲਬ ਹਥੌੜਾ ਮਾਰਦੇ ਹਾਂ, ਉਹਦੇ ਨਾਲ ਕੀ ਆ ਆਇਰਨ ਦੀ ਸ਼ੇਪ ਚੇਂਜ ਹੋ ਜਾਂਦੀ ਹੈ। ਦੈਨ ਆਇਰਨ ਕੈਨ ਬੀ ਮੋਲਡਡ ਇਨਟੂ ਦ ਸ਼ੇਪ ਆਫ ਰਿਕੁਆਇਰਡ ਟੂ। ਅਤੇ ਆਇਰਨ ਕਹਿੰਦੇ ਕੀ ਆ ਉਹਨੂੰ ਆਪਾਂ ਹਥੌੜੇ ਦੇ ਨਾਲ ਕੀ ਆ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਆਪਾਂ ਉਹਨੂੰ ਚੇਂਜ ਕਰ ਸਕਦੇ ਹਾਂ। ਫਾਈਨ। ਕੁਐਸਚਨ ਨੰਬਰ 7। ਐਨ ਇਨਫਲੇਟਡ ਬਲੂਨ was pressed against a wall। inflated means ਹੁੰਦਾ ਫੁੱਲਿਆ ਹੋਇਆ, ਠੀਕ ਹੈ, ਕੋਈ ਫੁੱਲਿਆ ਹੋਇਆ ਗੁਬਾਰਾ ਕਹਿੰਦੇ ਉਹਨੂੰ ਕਿ ਇੱਕ wall ਦੇ ਅਗੇਂਸਟ ਪ੍ਰੈਸ ਕਰਦੇ ਆ। after it has been rubbed with a piece of synthetic cloth। ਉਹ ਕਹਿੰਦੇ ਇੱਕ ਇਨਫਲੇਟਡ ਬੈਲੂਨ ਨੂੰ, ਕੋਈ ਫੁੱਲੇ ਹੋਏ ਗੁਬਾਰੇ ਨੂੰ ਪਹਿਲਾਂ ਕਹਿੰਦੇ ਕੀ ਆ ਇੱਕ ਸਿੰਥੈਟਿਕ ਕਲੋਥ ਦੇ ਨਾਲ, ਸਿੰਥੈਟਿਕ ਕੱਪੜੇ ਦੇ ਨਾਲ ਕੀ ਆ ਰੱਬ ਕਰਕੇ, ਠੀਕ ਹੈ, ਮਤਲਬ ਕਿ ਰੱਬ ਕਰਨਾ ਹੋ ਗਿਆ, ਉਹਦੇ ਨਾਲ ਘਿਸਾਉਣਾ ਗੁਬਾਰੇ ਨੂੰ ਰੱਬ ਕਰਕੇ ਕਹਿੰਦੇ। ਫਿਰ ਉਸ ਤੋਂ ਬਾਅਦ ਕੀ ਕਰਦੇ ਨੇ ਉਹਨੂੰ ਇੱਕ ਵਾਲ ਦੇ ਅਗੇਂਸਟ ਕੀ ਆ ਪ੍ਰੈਸ ਕਰਦੇ ਆ, ਇੱਕ ਵਾਲ ਦੇ ਅਗੇਂਸਟ ਉਹਨੂੰ ਹੱਥ ਨਾਲ ਪ੍ਰੈਸ ਕਰਦੇ ਜਿੱਦਾਂ ਮਰਜ਼ੀ ਪ੍ਰੈਸ ਕਰਦੇ। ਇਟ ਵਾਜ਼ ਫਾਊਂਡ ਦੈਟ ਦ ਬੈਲੂਨ ਸਟਿਕਸ ਟੂ ਦ ਵਾਲ। ਜਦੋਂ ਕਹਿੰਦੇ ਉਹਨੂੰ ਕੱਪੜੇ ਨਾਲ ਘਸਾ ਕੇ ਕੀ ਕਹਿੰਦੇ ਫਿਰ ਇਹਨਾਂ ਨੂੰ ਵਾਲ ਦੇ ਨਾਲ ਜਦੋਂ ਤੁਸੀਂ ਪ੍ਰੈਸ ਕਰਦੇ ਹੋ ਨਾ, ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਛੱਡਦੇ ਹੋ ਤਾਂ ਕਹਿੰਦੇ ਕੀ ਹੁੰਦਾ ਬੈਲੂਨ ਕੀ ਆ ਵਾਲ ਦੇ ਨਾਲ ਸਟਿਕ ਹੋ ਜਾਂਦਾ, ਮਤਲਬ ਕਿ ਵਾਲ ਦੇ ਨਾਲ ਜੁੜ ਜਾਂਦਾ ਹੈ ਬੈਲੂਨ। ਸੋ ਵਾਟ ਫੋਰਸ ਮਾਈਟ ਬੀ ਰਿਸਪੋਂਸੀਬਲ ਫॉर द ਅਟਰੈਕਸ਼ਨ ਬਿਟਵੀਨ ਬੈਲੂਨ ਐਂਡ ਵਾਲ। ਕਹਿੰਦੇ ਕਿ ਇੱਦਾਂ ਬੈਲੂਨ ਅਤੇ ਵਾਲ, ਮਤਲਬ ਕਿ ਬੈਲੂਨ ਜਿਹੜਾ ਵਾਲ ਨਾਲ ਸਟਿਕ ਹੋ ਗਿਆ ਅਤੇ ਉਹਨਾਂ ਬੈਲੂਨ ਅਤੇ ਵਾਲ ਦੇ ਵਿੱਚ ਕਹਿੰਦੇ ਜਿਹੜੀ ਅਟਰੈਕਸ਼ਨ ਫੋਰਸ ਆ ਉਹ ਕਿਹੜੀ ਫੋਰਸ ਹੈ, ਮਤਲਬ ਜਿਹੜੀ ਅਟਰੈਕਸ਼ਨ ਹੁੰਦੀ ਆ ਵੀ ਜਿਹੜਾ ਉਹਨਾਂ 'ਚ ਇੱਕ ਦੂਜੇ ਨੂੰ ਖਿੱਚ ਲੈਂਦੇ ਆਪਣੇ ਵੱਲ, ਮਤਲਬ ਵਾਲ ਬੈਲੂਨ ਨੇ ਆਪਣੇ ਵੱਲ ਖਿੱਚ ਲੈਂਦੀ ਆ ਔਰ ਅਟਰੈਕਸ਼ਨ ਹੋ ਗਿਆ, ਉਹਦੇ ਲਈ ਕਹਿੰਦੇ ਕਿਹੜੀ ਫੋਰਸ ਰਿਸਪੋਂਸੀਬਲ। ਫਾਈਨ। ਸੋ ਆਨਸਰ ਇਜ਼ ਇਲੈਕਟ੍ਰੋਸਟੈਟਿਕ ਫੋਰਸ। ਠੀਕ ਹੈ, ਇਲੈਕਟ੍ਰੋਸਟੈਟਿਕ ਫੋਰਸ ਕੀ ਹੁੰਦੀ ਹੈ, ਇਹ ਹੁੰਦੀ ਹੈ ਡਿਊ ਟੂ ਚਾਰਜਸ। ਫਾਈਨ, ਦਿਸ ਇਜ਼ ਡਿਊ ਟੂ ਚਾਰਜਸ। ਕਿਉਂਕਿ ਕੀ ਆ ਹੁਣ ਜਦੋਂ ਉਹਨੂੰ ਸਿੰਥੈਟਿਕ ਕਲੋਥ ਦੇ ਨਾਲ ਰੱਬ ਕਰਦੇ ਆ ਬੈਲੂਨ ਨੂੰ ਤਾਂ ਉਹਨਾਂ ਵਿੱਚ ਕੀ ਚਾਰਜਸ ਪ੍ਰੋਡਿਊਸ ਹੋ ਜਾਂਦੇ ਆ, ਉਹਦੀ ਵਜ੍ਹਾ ਨਾਲ ਕੀ ਆ ਆਪਣੇ ਕੋਲ ਇਲੈਕਟ੍ਰੋਸਟੈਟਿਕ ਫੋਰਸ ਪ੍ਰੋਡਿਊਸ ਹੁੰਦੀ ਹੈ। ਕੁਐਸਚਨ ਨੰਬਰ 8। ਨੇਮ ਦ ਫੋਰਸਿਸ ਐਕਟਿੰਗ ਔਨ ਅ bucket containing water held above the ground level in your hand। Discuss why the forces acting on the bucket don't bring a change in its state of motion। ਕਹਿੰਦੇ ਕਿ ਹੈਗਾ ਕੀ ਹੈ ਕੁਐਸਚਨ, ਕਹਿੰਦੇ ਕਿ ਇੱਕ ਪਲਾਸਟਿਕ ਬਕਟ ਹੈ ਜਿਹਦੇ ਅੰਦਰ ਕੀ ਹੈ ਪਾਣੀ ਹੈ ਅਤੇ ਤੁਸੀਂ ਉਹਨੂੰ ਕੀ ਆਪਣੇ ਹੱਥ ਨਾਲ ਬਕਟ ਨੂੰ ਫੜਿਆ ਹੋਇਆ ਆ ਅਤੇ ਉਹ 'ਤੇ ਫੋਰਸਿਸ ਜਿਹੜੀ ਐਕਟ ਕਰੇ ਕਹਿੰਦੇ ਤੁਸੀਂ ਇਹਨਾਂ ਦਾ ਨੇਮ ਦੱਸਣਾ ਹੈ। ਅਤੇ ਉਹ ਕਹਿੰਦੇ ਕਿ ਜਿਹੜੀਆਂ ਹੁਣ ਉਹ 'ਤੇ ਫੋਰਸਿਸ ਲੱਗ ਰਹੀਆਂ ਨੇ ਉਹ ਫੋਰਸਿਸ ਕਹਿੰਦੇ ਕਿ ਉਹਦੀ ਮੋਸ਼ਨ ਦੀ ਸਟੇਟ ਨੂੰ ਚੇਂਜ ਕਿਉਂ ਨਹੀਂ ਕਰਦੀਆਂ ਹੈਗੀਆਂ, ਮਤਲਬ ਕਿ ਕਹਿੰਦੇ ਤੁਸੀਂ ਬਕਟ ਨੂੰ ਫੜਿਆ ਹੋਇਆ ਉੱਤੇ ਕੋਈ ਫੋਰਸਿਸ ਲੱਗ ਰਹੀਆਂ ਅਤੇ ਉਹਦੇ ਨਾਲ ਕਹਿੰਦੇ ਬਕਟ ਦੀ ਸਟੇਟ ਆਫ ਮੋਸ਼ਨ ਚੇਂਜ ਕਿਉਂ ਨਹੀਂ ਹੋ ਰਹੀ ਹੈਗੀ। ਪਹਿਲਾਂ ਤਾਂ ਆਪਾਂ ਫੋਰਸਿਸ ਦੱਸਦੇ ਕਿਹੜੀਆਂ ਫੋਰਸਿਸ ਐਕਟ ਕਰ ਰਹੀਆਂ। ਆਨਸਰ ਦੇਖੋ, ਫੋਰਸਿਸ ਐਕਟਿੰਗ ਔਨ ਬਕਟ ਆਰ ਐਜ਼ ਫੋਲੋਜ਼। ਫਸਟ ਇਜ਼ ਮਸਕੂਲਰ ਫੋਰਸ ਆਫ ਆਰਮਸ ਐਕਟਿੰਗ ਅਪਵਰਡ। ਠੀਕ ਹੈ, ਮਸਕੂਲਰ ਮਤਲਬ ਕਿ ਤੁਸੀਂ ਬਕਟ ਨੂੰ ਹੱਥ ਨਾਲ ਫੜਿਆ ਹੋਇਆ, ਇਹਦਾ ਮਤਲਬ ਉਹ ਫੋਰਸ ਕੀ ਆ ਅਪਵਰਡ ਐਕਟ ਕਰ ਰਹੀ। ਠੀਕ ਹੈ, ਮਤਲਬ ਤੁਸੀਂ ਉਹ ਬਾਲਟੀ ਨੂੰ ਅਗਰ ਤੁਸੀਂ ਬਾਲਟੀ ਨੂੰ ਛੱਡ ਦੋਗੇ ਦੈਨ ਉਹ ਬਾਲਟੀ ਨੀਚੇ ਹੀ ਜਾਏਗੀ, ਤਾਂ ਉਹਨੂੰ ਉੱਪਰ ਵੱਲ ਨੂੰ ਹੈਲਡ ਕਰਨ ਦੇ ਲਈ, ਉੱਪਰ ਵੱਲ ਨੂੰ ਫੋਲਡ ਕਰਨ ਲਈ ਕਿ ਤੁਸੀਂ ਤੁਹਾਡੀ ਆਰਮ ਦੀ ਮਸਕੂਲਰ ਫੋਰਸ ਅਪਲਾਈ ਹੋ ਰਹੀ। ਠੀਕ ਹੈ, ਮਸਕੂਲਰ ਹੋ ਗਿਆ ਮਸਲਸ, ਤੁਹਾਡੇ ਮਸਲਸ ਕੰਮ ਕਰ ਰਹੇ ਨੇ ਉਹਨੂੰ ਪਕੜਨ ਦੇ ਲਈ। ਠੀਕ ਹੈ, ਸੈਕਿੰਡ ਫੋਰਸ ਇਜ਼ ਫੋਰਸ ਆਫ ਗ੍ਰੈਵਿਟੀ ਐਕਟਿੰਗ ਡਾਊਨਵਰਡਸ। ਹੁਣ ਗ੍ਰੈਵਿਟੀ ਦੀ ਫੋਰਸ ਕਿਹੜੀ ਹੋ ਗਈ, ਜਿਹੜੀ ਗ੍ਰੈਵਿਟੇਸ਼ਨਲ ਫੋਰਸ ਆ ਅਰਥ ਦੀ। ਠੀਕ ਹੈ, ਅਰਥ ਹਰ ਚੀਜ਼ ਨੂੰ ਆਪਣੇ ਵੱਲ ਅਟਰੈਕਟ ਕਰੇ ਤਾਂ ਉਹ ਨੀਚੇ ਨੂੰ ਜਾਏਗੀ ਬਕਟ। ਓਬਵੀਅਸ ਹੈ, ਜਦ ਤੁਸੀਂ ਬਕਟ ਨੂੰ ਛੱਡ ਦੋਗੇ ਤਾਂ ਉਹ ਨੀਚੇ ਵੱਲ ਹੀ ਜਾਏਗੀ, ਇਹਦਾ ਮਤਲਬ ਉੱਥੇ ਫੋਰਸ ਆਫ ਗ੍ਰੈਵਿਟੀ ਕੰਮ ਕਰੇਗੀ ਜਿਹੜੀ ਕਿ ਡਾਊਨਵਰਡ ਐਕਟ ਕਰਦੀ। ਠੀਕ ਹੈ, ਅਤੇ ਤੁਸੀਂ ਕਿਹੜੀ ਲਿਖਾ ਰਹੇ ਹੋ ਉੱਪਰ ਨੂੰ ਬਾਲਟੀ ਨੂੰ ਹੋਲਡ ਕਰਨ ਦੇ ਲਈ ਮਸਕੂਲਰ ਫੋਰਸ ਵਿਦ ਯੋਰ ਹੈਂਡਸ ਔਰ ਆਰਮਸ। ਠੀਕ ਹੈ, ਸੋ ਬੋਥ ਦ ਫੋਰਸਿਸ ਡੋਂਟ ਬ੍ਰਿੰਗ ਐਨੀ ਚੇਂਜ ਇਨ ਸਟੇਟ ਆਫ ਮੋਸ਼ਨ ਬਿਕੋਜ਼ ਬੋਥ ਆਫ ਦੈਮ ਆਰ ਐਕਟਿੰਗ ਇਨ ਇਕੁਅਲ ਐਂਡ ਓਪੋਜ਼ਿਟ ਡਾਇਰੈਕਸ਼ਨਸ। ਠੀਕ ਹੈ, ਦੇਖੋ ਇੱਕ ਅਪਵਰਡ ਹੈ ਉਹ ਉੱਪਰ ਨੂੰ ਐਕਟ ਕਰ ਰਹੀ ਹੈ, ਇੱਕ ਜਿਹੜੀ ਡਾਊਨਵਰਡ ਆ ਉਹ ਨੀਚੇ ਨੂੰ ਐਕਟ ਕਰ ਰਹੀ ਹੈ।
फाइन। ਉਹ ਇਕੁਅਲ ਤੇ ਓਪੋਜ਼ਿਟ ਡਾਇਰੈਕਸ਼ਨਸ ਹੋ ਗਈਆਂ, ਜਿੰਨੀ ਉੱਪਰ ਨੂੰ ਲੱਗ ਰਹੀ ਹੈ ਫੋਰਸ ਓਨੀ ਕਹਿੰਦੇ ਇਹ ਨੀਚੇ ਨੂੰ ਲੱਗ ਰਹੀ ਹੈ, ਠੀਕ ਹੈ। ਪਰ ਡਾਇਰੈਕਸ਼ਨ ਓਪੋਜ਼ਿਟ ਆਈ, ਨੀਚੇ ਹੈ ਉਹ ਉੱਪਰ। ਓਪੋਜ਼ਿਟ ਡਾਇਰੈਕਸ਼ਨਸ ਦੇ ਵਿੱਚ ਹੋਣ ਕਰਕੇ ਤੇ ਇਕੁਅਲ ਹੋਣ ਕਰਕੇ ਕਹਿੰਦੇ ਕਿ ਦੇ ਕੈਂਸਲ ਈਚ ਅਦਰਸ ਇਫੈਕਟ, ਇਸ ਲਈ ਕੀ ਆ ਉਹ ਬੋਡੀ ਮੂਵ ਨਹੀਂ ਕਰ ਪਾਉਂਦੀ, ਬਕਟ ਮੂਵ ਨਹੀਂ ਕਰ ਪਾਉਂਦੀ, ਠੀਕ ਹੈ, ਉਹਨਾਂ ਦਾ ਇਫੈਕਟ ਕੈਂਸਲ ਹੋ ਜਾਂਦਾ। ਨੈਕਸਟ ਕੁਐਸਚਨ, 9th ਕੁਐਸਚਨ, ਅ ਰॉकेट has been fired upwards to launch a satellite in its orbit। ਇੱਕ ਕਹਿੰਦੇ ਸੈਟੇਲਾਈਟ ਨੂੰ ਲਾਂਚ ਕਰਨ ਦੇ ਲਈ ਕੀ ਹੈ, ਇੱਕ ਰॉकेट ਨੂੰ ਫਾਇਰ ਕੀਤਾ ਜਾਂਦਾ ਹੈ, ठीक है। ऊपर नेम द टू फोर्सेस एक्टिंग ऑन रॉकेट इमीडिएटली आफ्टर लिविंग द लॉन्च पैड। कहते कि हम जो रॉकेट ਨੂੰ ਉੱਪਰ ਵੱਲ ਨੂੰ ਫਾਇਰ ਕਰਤਾ ਉਸ ਤੋਂ ਬਾਅਦ ਕਹਿੰਦੇ ਕਿ ਉੱਤੇ ਜਿਹੜੀਆਂ ਫੋਰਸਿਸ ਇਮੀਡੀਏਟਲੀ ਐਕਟ ਕਰੀਆਂ, ਜਿਹੜੀਆਂ ਇੱਕਦਮ ਫੋਰਸਿਸ ਰॉकेट ਤੇ ਐਕਟ ਕਰਦੀਆਂ ਨੇ ਲਾਂਚ ਪੈਡ ਨੂੰ ਲੀਵ ਕਰਨ ਤੋਂ ਬਾਅਦ, ਉਹ ਫੋਰਸਿਸ ਕਿਹੜੀਆਂ ਨੇ? ਆਨਸਰ ਇਜ਼ ਦ ਫੋਰਸਿਸ ਦੈਟ ਐਕਟ ਵੈਨ ਅ ਰॉकेट ਲੀਵਸ when a rocket leaves launching pad are as follows। first is gravitational force of earth, ठीक है। अर्थ की ग्रेविटेशनल फोर्स की होएगी, डाउनवर्ड्स होएगी, नीचे ਨੂੰ ਹੋਏਗੀ। सेकंड वन इज फ्रिक्शनल फोर्स ऑफ एयर इन ओपोजिट डायरेक्शन, मीनस जिधर ਨੂੰ ਰॉकेट ਉੱਪਰ ਨੂੰ ਜਾ ਰਿਹਾ ਹੈ, ਉੱਪਰ ਨੂੰ ਲਾਂਚ ਹੋ ਰਿਹਾ, ਦੈਨ ਫ੍ਰਿਕਸ਼ਨਲ ਫੋਰਸ ਕੀ ਹੈ ਉਹਦੇ ਓਪੋजिट ਐਕਟ ਕਰੇਗੀ, ਠੀਕ ਹੈ। ਮਤਲਬ ਉਹਨੂੰ ਕੱਟ ਕਰਦੀ ਜਾਏਗੀ, ਰॉकेट ਉੱਪਰ ਜਾ ਰਿਹਾ, ਹਵਾ ਨੂੰ ਨੀਚੇ ਨੂੰ ਕੱਟ ਕਰਦੀ ਜਾਏਗੀ। ਸੋ ਫ੍ਰਿਕਸ਼ਨਲ ਫੋਰਸ ऑफ एयर इन ओपोजिट डायरेक्शन। Last question, when we press the bulb of a dropper with its nozzle to keep in water, air in the dropper is seen to escape in the form of bubbles. Once we release the pressure on bulb, water gets filled in the dropper. The rise of water in dropper is due to what? Pressure of water, gravity of earth, shape of rubber bulb, atmospheric pressure। ਕਹਿੰਦੇ ਕਿ ਕੁਐਸਚਨ ਕੀ ਹੈ, ਜਦੋਂ ਅਸੀਂ ਕੋਈ ਡ੍ਰੌਪਰ ਹੁੰਦਾ, ਜਿਵੇਂ ਤੁਸੀਂ ਮੈਡੀਸਨ ਵਾਲਾ ਡ੍ਰੌਪਸ ਵਾਲਾ ਜਿਹੜਾ ਹੁੰਦਾ ਡ੍ਰੌਪਰ ਕੋਈ ਵੀ ਯੂਜ਼ ਕਰਦੇ ਆ, ਉਹ ਕਹਿੰਦੇ ਉਹਦੇ ਬਲਬ ਨੂੰ ਅਗਰ ਤੁਸੀਂ ਪ੍ਰੈਸ ਕਰਦੇ ਹੋ ਕਿਹਦੇ ਵਿੱਚ, ਵਿਦ ਇਟਸ ਨੋਜ਼ਲ ਕੀਪ ਇਨ ਵਾਟਰ, ਉਹਦੀ ਨੋਜ਼ਲ ਕੀ ਆ ਵਾਟਰ 'ਚ ਵਾਟਰ 'ਚ ਰੱਖੀ ਹੁੰਦੀ ਆ, ਨੋਜ਼ਲ ਡ੍ਰੌਪਰ ਦੀ ਵਾਟਰ 'ਚ ਹੋਵੇ ਅਤੇ ਉਹਨੂੰ ਤੁਸੀਂ ਕੀ ਆ ਬਲਬ ਨੂੰ ਉਹਦੇ ਪ੍ਰੈਸ ਕਰਦੇ ਹੋ, ਤਾਂ ਕਹਿੰਦੇ ਤੁਸੀਂ ਕੀ ਦੇਖਦੇ ਹੋ, ਏਅਰ ਇਨ ਦਾ ਡ੍ਰੌਪਰ ਇਜ਼ ਸੀਨ ਟੂ escape in the form of bubbles। ਮਤਲਬ ਉਹਦੇ ਵਿੱਚੋਂ ਦੀ ਕਹਿੰਦੇ ਤੁਸੀਂ ਦੇਖੋਗੇ ਨੋਜ਼ਲ ਤੋਂ ਹੌਲੀ ਹੌਲੀ ਬਬਲਸ ਨਿਕਲਣਗੇ ਜਦ ਤੁਸੀਂ ਡ੍ਰੌਪਰ ਦੇ ਬਲਬ ਨੂੰ ਪ੍ਰੈਸ ਕੀਤਾ ਹੋਇਆ ਹੈ, ਠੀਕ ਹੈ। ਜਦੋਂ ਤੁਸੀਂ ਹੁਣ ਕਹਿੰਦੇ ਕਿ ਉਹ ਪ੍ਰੈਸ਼ਰ ਰਿਲੀਜ਼ ਕਰਦੇ ਹੋ, ਜਦੋਂ ਤੁਸੀਂ ਉਹਨੂੰ ਬਲਬ ਨੂੰ ਰਿਲੀਜ਼ ਕਰਦੇ ਹੋ, ਦੈਨ ਕੀ ਹੁੰਦਾ, ਹੌਲੀ ਹੌਲੀ ਨੋਜ਼ਲ ਦੇ ਅੰਦਰ ਕੀ ਆ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਡ੍ਰੌਪਰ ਦੇ ਅੰਦਰ, ਵਾਟਰ ਗੈਟਸ ਫਿਲਡ ਇਨ ਡ੍ਰੌਪਰ, ਠੀਕ ਹੈ। ਦ ਰਾਈਜ਼ ਆਫ ਵਾਟਰ ਇਨ ਡ੍ਰੌਪਰ ਇਜ਼ ਡਿਊ ਟੂ, ਹੁਣ ਉਹ ਕਹਿੰਦੇ ਕਿ ਡ੍ਰੌਪਰ ਦੇ ਅੰਦਰ ਪਾਣੀ ਕਿਉਂ ਜਾ ਰਿਹਾ ਆ, ਕਿਹਦੀ ਵਜ੍ਹਾ ਨਾਲ ਜਾ ਰਿਹਾ, ਦੈਨ ਆਨਸਰ ਇਜ਼ ਐਟਮੋਸਫੇਰਿਕ ਪ੍ਰੈਸ਼ਰ।